रेडियो चंद प्रदेशी दे बहुत ही सूझवान ਸਰੋਤਿਓ, मैं हाँ श्री मुक्तसर साहब की धरती तो तुहाडा होस्ट, तुहाडा दोस्त प्रोफैसर मोहन सिंह। तुहानूं जिवें कि पता ही है, मैं अपने प्रोग्राम वहिंदे दरिया ते हमेशा ही उन्हां हस्तियां नूं लियाउणा जिन्हां ने जीवन के किसी न किसी खेत्र च बहुत उग्गा योगदान पाया हुंदा है। ਅਤੇ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਢੇਰ ਸਾਰਾ ਪਿਆਰ ਦਿੰਦੇ ਹੋ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਸੀਂ ਸਾਡੇ ਇਸ ਪ੍ਰੋਗਰਾਮ ਬਾਰੇ ਆਪਣੀਆਂ ਟਿੱਪਣੀਆਂ, ਆਪਣੇ ਸੁਝਾਅ ਇਹਨਾਂ ਨੰਬਰਾਂ 'ਤੇ ਵੀ ਦੇ ਸਕਦੇ ਹੋ। ਸਰਦਾਰ ਦਰਸ਼ਨ ਸਿੰਘ ਜੀ ਬਸਰਾਓ ਜਾਂ ਸਰਦਾਰ ਦਰਸ਼ਨ ਸਿੰਘ ਜੀ ਟਿਵਾਣਾ ਜਾਂ ਮੈਨੂੰ ਮੋਹਨ ਸਿੰਘ ਨੂੰ 9357246582 'ਤੇ ਵੀ ਦੇ ਸਕਦੇ ਹੋ। ਸੋ ਮੈਨੂੰ ਅੱਜ ਅਤਿਅੰਤ ਖੁਸ਼ੀ ਹੈ ਕਿ ਅੱਜ ਇੱਕ ਅਜਿਹੀ ਬੇਟੀ ਨੂੰ ਮੈਂ ਤੁਹਾਡੇ ਸਨਮੁਖ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ, ਪੰਜਾਬੀ ਭਾਸ਼ਾ ਦੀ ਪੁਆਧੀ ਜਿਹੜੀ ਬੋਲੀ ਹੈ ਉਹਦੇ ਵਿੱਚ ਬਹੁਤ ਉੱਘਾ ਯੋਗਦਾਨ ਪਾਇਆ ਔਰ ਪੰਜਾਬੀ ਕਲਚਰ ਨੂੰ, ਪੰਜਾਬ ਦੇ ਪਿੰਡਾਂ ਨੂੰ, ਪੰਜਾਬ ਦੇ ਪਿੰਡਾਂ ਦਾ ਜਿਹੜਾ ਰਹਿਣੀ ਬਹਿਣੀ ਹੈ ਉਹਦੇ ਬਾਰੇ ਵੀ ਇਹ ਲਿਖ ਰਹੇ ਹੈ। ਛੇਤੀ ਉਹ ਵੀ ਕਿਤਾਬ ਆਏਗੀ। ਸੋ ਮੇਰੀ ਮੁਰਾਦ ਹੈ ਮੋਹਨੀ ਤੂਰ ਜੀ। ਇਹ ਚੰਡੀਗੜ੍ਹ ਦੇ ਨੇੜੇ ਪਿੰਡ 'ਚ ਰਹਿੰਦੇ ਆ। ਇਹਨਾਂ ਦੀ ਐਜੂਕੇਸ਼ਨ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਪੰਜਾਬੀ ਦੀ MA ਕੀਤੀ ਹੋਈ ਹੈ, MPhil ਕੀਤੀ ਹੋਈ ਹੈ ਅਤੇ MPhil ਵਿੱਚ ਇਹਨਾਂ ਕੋਲ ਯੂਨੀਵਰਸਿਟੀ ਦਾ ਗੋਲਡ ਹੈ। MA ਮਿਊਜ਼ਿਕ ਵੋਕਲ ਹੈ। ਇਸ ਤੋਂ ਇਲਾਵਾ ਇਹ ਸੰਗੀਤ ਨਾਲ ਬਹੁਤ ਹੀ ਡੂੰਘੀ ਤਰ੍ਹਾਂ ਜੁੜੇ ਹੋਏ ਹੈ। ਇਹ ਆਪਣੇ ਗੌਰਮੈਂਟ ਕਾਲਜ ਮੋਹਾਲੀ ਦੇ ਗਿੱਧੇ ਦੇ ਕੈਪਟਨ ਰਹੇ 3 ਸਾਲ। ਯੂਨੀਵਰਸਿਟੀ ਦੇ ਵਿੱਚ ਪੋਇਟਰੀ ਉਚਾਰਨ 'ਚ ਇਹਨਾਂ ਨੂੰ ਗੋਲਡ ਮੈਡਲ ਮਿਲਿਆ, ਲੋਕ ਗੀਤ ਗਾਉਣ 'ਚ ਗੋਲਡ ਮੈਡਲ ਮਿਲਿਆ। ਇਹ ਥੀਏਟਰ ਨਾਲ ਜੁੜੇ ਰਹੇ। 15 ਸਾਲ ਇਹਨਾਂ ਨੇ ਗੁਰਸ਼ਰਨ ਭਾਜੀ ਨਾਲ ਥੀਏਟਰ ਕੀਤਾ। ਕਵੀਸ਼ਰੀ, ਕਲੀਆਂ, ਮਿਰਜ਼ੇ, ਇਹ ਇਹਨਾਂ ਦੇ ਜਿਹੜੇ ਗੀਤ ਹਨ ਇਹ ਮਨ ਭਾਉਂਦੇ ਹਨ। ਸੋ ਮੈਂ ਇਸ ਗੱਲ 'ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਵਿਚਕਾਰ ਮੋਹਨੀ ਤੂਰ ਜੀ ਆਪਣੇ ਫੋਨ 'ਤੇ ਜੁੜ ਚੁੱਕੇ ਆ ਅਤੇ ਇਹਨਾਂ ਨੂੰ ਮੈਂ ਹੁਣ ਸੱਦਾ ਦੇਵਾਂਗਾ ਕਿ ਸਾਡੇ ਰੇਡੀਓ ਚੰਦ ਪ੍ਰਦੇਸ਼ੀ ਦੇ ਇੱਕ ਬਹੁਤ ਵੱਡੇ ਮੰਚ 'ਤੇ ਇਹਨਾਂ ਦਾ ਸਵਾਗਤ ਹੈ। ਇਹ ਆਪਣੇ ਰੇਡੀਓ ਬਾਰੇ ਜਾਂ ਸਰੋਤਿਆਂ ਬਾਰੇ ਕੀ ਕਹਿਣਾ ਚਾਹੁਣਗੇ? ਮੋਹਨੀ ਤੂਰ ਜੀ। ਮੇਰੇ ਕੰਨੀ ਤੇ ਰੇਡੀਓ ਚੰਦ ਪ੍ਰਦੇਸ਼ੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। मैं सबसे पहला रेडियो चंद प्रदेशी का बड़े भाई जी प्रोफैसर मोहन सिंह जी का बहुत धन्यवाद करा जिन्होंने मारे वर्गे बोली के जड़े पहरेदार मैं तो कह सका छोटा मोटा जिन्ना भी हमें हमारी औकात है मैं काम करा मौका दिया। हाँ जी, बहुत बहुत शुक्रिया जी थारा अज बुलाने खातर। और मैं ਪੁਆਧੀ ਦੇ ਸੰਬੰਧ 'ਚ ਇਸ ਬੇਟੀ ਨੂੰ ਖਾਸ ਤੌਰ 'ਤੇ ਨਿਮੰਤਰਣ ਇਸ ਕਰਕੇ ਦਿੱਤਾ ਕਿਉਂਕਿ ਜਿੱਥੇ ਤੱਕ ਪੰਜਾਬੀ ਬੋਲੀ ਹੈ ਇਹਨੂੰ ਬਹੁਤ ਸਾਲਾਂ ਤੋਂ ਬਹੁਤ ਭਾਰੀ ਨੁਕਸਾਨ ਝੱਲਣਾ ਪਿਆ। ਕਿਤੇ ਸਾਡੇ ਕੋਲ 5 ਦਰਿਆਵਾਂ ਦੀ ਧਰਤੀ ਸੀ ਅਤੇ ਦੂਰ ਦੂਰ ਤੱਕ ਪੰਜਾਬੀ ਬੋਲੀ ਜਾਂਦੀ ਸੀ। ਉਸ ਤੋਂ ਬਾਅਦ ਪੰਜਾਬ ਦੀ ਵੰਡ ਹੋਈ, ਸਾਡੇ ਹਿੱਸੇ ਪੰਜਾਬ ਆਇਆ ਕੁਛ ਅਤੇ ਬਹੁਤ ਜ਼ਰਖੇਜ਼ ਅਤੇ ਬੜੀ ਸੋਹਣੀ ਬੋਲੀ ਵਾਲਾ ਪੰਜਾਬ ਉੱਧਰ ਰਹਿ ਗਿਆ। ਜਿਹੜਾ ਪੰਜਾਬ ਸਾਡੇ ਕੋਲ ਆਇਆ ਫਿਰ ਵੰਡ ਹੋਈ। ਇਹ ਪੰਜਾਬ ਦੀ ਨਹੀਂ ਵੰਡ ਹੋਈ, ਪੰਜਾਬੀ ਭਾਸ਼ਾ ਦੀ ਵੀ ਵੰਡ ਹੋਈ ਹੈ।
ਸਾਡੇ ਕੋਲੇ ਡੋਗਰੀ ਭਾਸ਼ਾ ਸੀ, ਹਿਮਾਚਲ 'ਚ ਬੋਲੀ ਜਾਂਦੀ, ਬੜੀ ਮਿੱਠੀ, ਉਹ ਸਾਡੇ ਤੋਂ ਖੁੱਸ ਗਈ। ਫਿਰ ਪੁਆਧੀ ਬੋਲੀ ਜਾਂਦੀ ਸੀ ਡਿਸਟ੍ਰਿਕਟ ਅੰਬਾਲਾ, ਪਟਿਆਲਾ, ਦੂਰ ਦੂਰ ਤੱਕ, ਉਹ ਸਾਡੇ ਤੋਂ ਖੁੱਸ ਗਈ। ਅਤੇ ਸਾਡੇ ਕੋਲੇ ਥੋੜ੍ਹਾ ਜਿਹਾ ਇਲਾਕਾ ਹੀ ਰਹਿ ਗਿਆ, ਜਿਹਨੂੰ ਅਸੀਂ ਹੁਣ ਅੱਜ ਕੱਲ੍ਹ ਕਹਿੰਦੇ ਹਾਂ ਕਿ ਪੰਜਾਬੀ ਆਧਾਰਿਤ ਸੂਬਾ ਬਣਾਇਆ। ਇਸ ਤੋਂ ਵੀ ਵੱਡੀ ਤਰਾਸਦੀ ਉਦੋਂ ਹੋਈ ਜਦੋਂ ਤਕਰੀਬਨ 50 ਪਿੰਡਾਂ ਨੂੰ ਉਜਾੜ ਕੇ ਉਹਦੀ ਥਾਂ 'ਤੇ ਚੰਡੀਗੜ੍ਹ ਵਸਾਇਆ ਗਿਆ। ਚੰਡੀਗੜ੍ਹ ਦੇ ਜਿੰਨੇ ਪਿੰਡ ਹੈ, ਜਿੱਥੇ ਚੰਡੀਗੜ੍ਹ ਦੀਆਂ ਨੀਹਾਂ ਦੇ ਵਿੱਚ ਦੱਬੇ ਹੋਏ ਆ ਪਿੰਡ, ਉਹ ਸਾਰੇ ਪੁਆਧੀ ਬੋਲਦੇ ਸਨ। ਔਰ ਸਰੋਤਿਓ, ਤੁਸੀਂ ਤਸੱਵਰ ਕਰੋ ਕਿ ਇੰਨੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦੇ ਉੱਤੇ ਬੁਲਡੋਜ਼ਰ ਫੇਰ ਕੇ ਉਹਨਾਂ ਦੇ ਘਰਾਂ ਘਾਟਾਂ ਨੂੰ, ਉਹਨਾਂ ਦੇ ਖੂਹਾਂ ਨੂੰ, ਉਹਨਾਂ ਦੀਆਂ ਜਿਹੜੀਆਂ ਸੱਥਾਂ ਸੀ ਉਹਨਾਂ ਨੂੰ ਤਹਿਸ ਨਹਿਸ ਕਰਕੇ ਉਹਦੇ ਉੱਤੇ ਮਾਡਰਨ ਜਿਹੜਾ ਚੰਡੀਗੜ੍ਹ ਇਹਨਾਂ ਨੇ ਵਸਾਇਆ। ਔਰ ਜੇ ਪੰਜਾਬ ਦੀ ਰਾਜਧਾਨੀ ਬਣਾਉਣੀ ਸੀ ਤਾਂ ਕਿਸੇ ਸ਼ਹਿਰ 'ਚ ਹੋਰ 'ਚ ਵੀ ਬਣ ਸਕਦੀ ਸੀ, ਪਟਿਆਲੇ ਨੂੰ ਬਣਾਇਆ ਜਾ ਸਕਦਾ। ਇਹ ਨਹੀਂ ਕਿ 5 ਪਿੰਡਾਂ ਨੂੰ ਤੁਸੀਂ ਉਜਾੜ ਕੇ ਘਰ ਘਾਟ ਲੋਕਾਂ ਦੇ ਖੋਹ ਕੇ ਉੱਥੇ ਤੁਸੀਂ ਬਣਾਓ। ਮੇਰੇ ਖਿਆਲ 'ਚ ਸ਼ਾਇਦ ਦੁਨੀਆ 'ਚ ਇੱਕ ਅਜਿਹਾ ਇੱਕੋ ਇੱਕ ਚੰਡੀਗੜ੍ਹ ਸ਼ਹਿਰ ਹੋਏਗਾ ਜਿਹਦੇ ਵਿੱਚ ਕੋਈ ਐਡੀ ਵੱਡੀ ਗਿਣਤੀ 'ਚ ਪਿੰਡਾਂ ਨੂੰ ਉਜਾੜ ਕੇ ਉਹ ਸ਼ਹਿਰ ਨੂੰ ਵਸਾਇਆ ਗਿਆ। ਉਹਨਾਂ ਦਾ ਕਲਚਰ, ਉਹਨਾਂ ਦੀ ਬੋਲੀ, ਉਹਨਾਂ ਦੇ ਸ਼ਮਸ਼ਾਨ, ਉਹਨਾਂ ਦੀਆਂ ਕਬਰਾਂ ਸਭ ਖਤਮ ਹੋ ਗਿਆ। ਔਰ ਇਸ ਤੋਂ ਵੀ ਹੋਰ ਤਰਾਸਦੀ ਇਹ ਹੋਈ ਕਿ ਉਹ ਪੰਜਾਬ ਨੂੰ ਵੀ ਨਹੀਂ ਦਿੱਤਾ। ਸਾਡੇ ਪਿੰਡ ਉਜਾੜ ਕੇ ਜਿਹੜਾ ਸ਼ਹਿਰ ਵਸਿਆ ਉਹ ਪੰਜਾਬ ਨੂੰ ਵੀ ਨਹੀਂ ਦਿੱਤਾ ਗਿਆ, ਉਹ ਕੇਂਦਰ ਵਿੱਚ ਰੱਖ ਲਿਆ। ਔਰ ਇਹ ਉਸ ਤੋਂ ਵੱਡੀ ਗੱਲ ਹੈ, ਅਸੀਂ ਇੱਕ ਥਾਂ ਦੇ ਮਾਲਕ ਹੁੰਦੇ ਹੋਏ, ਜਿਵੇਂ ਕਿਸੇ ਨੂੰ ਆਪਾਂ ਘਰ ਦੇ ਉੱਤੇ ਬਾਹਰ ਕੱਢ ਦਈਏ, ਉੱਥੇ ਇੱਕ ਹੋਰ ਘਰ ਬਣਾ ਦਈਏ ਅਤੇ ਉਸ ਬੰਦੇ ਨੂੰ ਇਹ ਕਹੀਏ ਕਿ ਹੁਣ ਤੂੰ ਇਸ ਘਰ ਦੇ ਵਿੱਚ ਕਿਰਾਏਦਾਰ ਦੇ ਤੌਰ 'ਤੇ ਬੈਠਾ। ਦੋਸਤੋ, ਅਸੀਂ ਆਪਣੀ ਥਾਂ ਦੇ ਵਿੱਚ ਹੀ ਕਿਰਾਏਦਾਰ ਬਣ ਕੇ ਅੱਜ ਬੈਠ ਗਏ ਹਾਂ। ਇਸ ਤੋਂ ਵੱਡੀ ਕਿਸੇ ਕੌਮ ਲਈ, ਕਿਸੇ ਭਾਸ਼ਾ ਬੋਲਣ ਵਾਲਿਆਂ ਲਈ ਤਰਾਸਦੀ ਹੋ ਨਹੀਂ ਸਕਦੀ। ਔਰ ਸਾਡੇ ਜਿਹੜੇ ਪੋਲੀਟੀਕਲ ਲੀਡਰ ਹੈ, ਭਾਵੇਂ ਉਹ ਕਿਸੇ ਪਾਰਟੀ ਦੇ ਹੀ ਹੈ, ਉਹ ਬੇਸ਼ੱਕ ਸਮੇਂ-ਸਮੇਂ 'ਤੇ ਚੋਣਾਂ ਦੇ ਵੇਲੇ ਇਹ ਕਹਿੰਦੇ ਆ ਕਿ ਚੰਡੀਗੜ੍ਹ ਪੰਜਾਬ ਨੂੰ ਦਿਓ, ਪਰ ਹੌਲੀ ਹੌਲੀ ਹੁਣ ਉਹ ਸਾਰੇ ਚੁੱਪ ਕਰ ਗਏ। ਉਹਦਾ ਕਾਰਨ ਇਹ ਹੈ ਕਿ ਜਿੰਨੇ ਪੋਲੀਟੀਕਲ ਸਾਡੇ ਲੀਡਰ ਹੈ, ਉਹਨਾਂ ਨੇ ਚੰਡੀਗੜ੍ਹ ਵਿੱਚ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ, ਉਹਦੇ ਵਿੱਚ ਸ਼ੋਰੂਮ ਹੈ, ਕਿਸੇ ਦੇ ਸਿਨੇਮੇ ਹੈ, ਕਿਸੇ ਨੇ ਸਕੂਲ ਖੋਲ੍ਹੇ ਹੋਏ ਹੈ। ਔਰ ਚਾਹੁੰਦੇ ਨੇ ਕਿ ਇਹ ਇਲਾਕਾ ਕਿਤੇ ਹੋਰ ਦਿੱਤਾ ਜਾਵੇ, ਅਤੇ ਉਹ ਇਹ ਕਹਿੰਦੇ ਆ ਕਿ ਜੇ ਪੰਜਾਬ ਨੂੰ ਦੇ ਦਿੱਤਾ ਗਿਆ ਤਾਂ ਪੰਜਾਬ ਇਸ ਸ਼ਹਿਰ ਨੂੰ ਬਰਬਾਦ ਕਰ ਦੂਗਾ। ਔਰ ਮੈਂ ਦੋਸਤੋ ਇਸ ਗੱਲ 'ਤੇ ਹੈਰਾਨ ਹਾਂ, ਜੇ ਸ਼ਹਿਰ ਕੇਂਦਰ ਸ਼ਾਸਤ ਪ੍ਰਦੇਸ਼ ਵੀ ਬਣਾਇਆ ਗਿਆ ਤਾਂ ਜਿਹੜਾ ਹਿੰਦੁਸਤਾਨ ਦੇ ਦੂਸਰਾ ਸਾਰਾ ਭਾਰਤ ਹੈ, ਕਿ ਉਹਨੂੰ ਕਿੰਨੀ ਕੁ ਸੋਨੇ ਦੀ ਚਿੜੀਆ ਬਣਾ ਦਿੱਤੀ ਹੈ ਉਹਨਾਂ ਨੇ। ਸਾਰਾ ਦੇਸ਼ ਬਰਬਾਦ ਹੋ ਗਿਆ, ਕਿੱਥੋਂ ਤੋਂ ਕਿੱਥੋਂ ਤਾਈਂ ਅਸੀਂ ਪਹੁੰਚ ਗਏ ਹਾਂ। ਮਹਿੰਗਾਈ ਨੇ ਹਰੇਕ ਦਾ ਲੱਕ ਤੋੜ ਕੇ ਰੱਖ ਦਿੱਤਾ। ਉਹ ਕਿਹੜੀ ਗੱਲ 'ਤੇ ਮਾਣ ਕਰ ਰਹੇ ਕਿ ਚੰਡੀਗੜ੍ਹ 'ਤੇ ਜੇ ਕੇਂਦਰ ਦਾ ਰਾਜ ਹੈ ਅਤੇ ਪਤਾ ਨਹੀਂ ਉੱਥੇ ਕੀ ਸੋਨੇ ਦੀਆਂ ਇੱਟਾਂ ਉਹ ਉਸਾਰ ਦੇਣਗੇ। ਇਹ ਸਿਰਫ ਕਹਿਣ ਦੀਆਂ ਗੱਲਾਂ, ਸਾਡੀ ਬੋਲੀ ਨੂੰ ਬਰਬਾਦ ਕਰਨਾ ਸੀ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਉਸ ਇਲਾਕੇ ਦੀ ਧੀ ਮੋਹਣੀ ਤੂਰ ਸਾਡੇ ਵਿਚਕਾਰ ਨੇ। ਹਾਂਜੀ ਮੋਹਣੀ ਤੂਰ ਜੀ, ਤੁਸੀਂ ਆਪਣਾ ਜਿਹੜਾ ਦੁੱਖ ਦਰਦ ਹੈ, ਚੰਡੀਗੜ੍ਹ ਦਾ ਉਜਾੜਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਥੋੜੇ ਸ਼ਬਦਾਂ 'ਚ? चंडीगढ़ का उजाड़ा है जी जेड़ा वो हमारे बुजुर्ग दसा जो अज के हालात हैं, अज के लोगों ते उन्हां की कहानियां सुनिया हुई जो हमारी गल बीत रहा, वो 1947 वर्गा हादसा हमारे लोगों गल होया हुआ है। हमें उसनों दूसरा 47 कहा हमारे इलाके के लोग। बिल्कुल बिल्कुल। मैं हाँ जी, मैं उस त्रासदी नूं अपनी कलम गल लिखिया भी हमारी गल होया क्या क्या था, किस तरह मानू पूरे ते जाड़िया गया, किस तरह हमें मालवे में जा जाके जमीना लिया, मारे अपने खेतां में कंक्रीट के बड़े बड़े जंगल खड़े हो गए, मारे गांव के
ਬੋਲ ਤੱਕ ਦੀ ਉਰੇ ਰਹੇ, ਮਾਰੀਆਂ ਮਾੜੀਆਂ ਰਹਿ ਗਈਆਂ, ਕਿਤੇ ਕਿਤੇ ਪਿੱਪਲ खड़िया। यही निशानियां, बहुत डूंगा दर्द हमारे लोगों के सीने में यह दबिया पिया है। वही दर्द है जिहड़ा एक चीज के रूप में मैं अपनी कलम। हेलो हेलो हेलो, हाँ जी, कनेक्शन टूट गया लगता, फिर कोशिश करते हैं। हाँ जी, मेरे सामने हाँ जी, बीमा इलाका क्या है? हाँ 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 जी, हेलो, हाँ जी, हाँ जी बोलो। मैं थारे, हाँ जी, मैं थारे सामने गीत पेश करन लगी हैं जी। जी मैं हमारे सारे पुआध का नक्शा मैं थारे सामने खोल कर रख रही हैं, ध्यान दो जी। जी। कहता बापू मेरा कोटा, जिला का मारा सबते छोटा, लोकां का कम ता माड़ा मोटा, यारा का पक्का होए ता जोटा, कोई कोई होए ता दिल का खोटा। यारा का पक्का होए ता जोटा, कोई कोई होए ता दिल का खोटा। मेलियां पर चले ता डांगर सोटा, ओटियां पर आए करें तियां लपटां जी, गंदड़ा के साग किया। मैं दसा क्या क्या थानू बातां रे लोको मेरे पुआध किया। मैं दसा क्या क्या थानू बातां रे लोको मेरे पुआध किया। संजा नू लोक सुने ते पाठ, संजा नू लोक सुने ते पाठ, पीने नू आटा लगे कराट। गोहरमा गड्डे ओए, गोहरमा गड्डे पावे ते राट, चूपे ते अंबियां जी खावे लकाठ। कोड़ियां रखे ता कोई कोई राठ, देखने आले ते उनके ठाठ। होए ते पोले पोले गन्ने, होए ते पोले पोले गन्ने जी, मिठे गुड़ के स्वाद किया। मैं दसा क्या क्या थानू बातां रे लोको मेरे पुआध किया। जी बाबा दसे करे ता मोड़, ओ बाबा दसे करे ता मोड़, चरैंतियां मैसां खुली थोड़। चीजां की होए ती ओए, चीजां की होए करे ती थोड़, कुकड़ियां भुन के खावे ते रोड़। लावे ते बलद गड्डी की दौड़, छोकरू करे करे ते चौड़। लोकां मां होए करे तियां सिफतां जी, कहना मननी लाद किया। मैं दसा क्या क्या थानू बातां रे लोको मारे पुआध किया। बाबा म्हारा आसाराम सुहाना, बाबा म्हारा आसाराम सुहाना जी, छड़ के दुनियादारी लाना। पालिया फकरां ओए, पालिया फकरां आला बाणा, कहता झूठा यो ताना बाणा। पैरां मां झुक गया राजा राणा, जोगा गया नहीं किसे ने गाना। ओए उसने बुझ लिया तियां रमजां जी, नीली छत के राज किया। मैं दसा क्या क्या थानू बातां रे लोको मारे पुआध किया। मारा सबसे बड़ा दुख चंडीगढ़ नगरी उरे वसाली, चंडीगढ़ नगरी उरे वसाली, मारा ता ओही ता 47। भुल्ले ना रात भुल्ले ना रात ओ मानू काली जी, दुनिया डंडे के गैल ठाली। छड़ी पोए पुत्ता मंगो पाली, दिला पर झुलगी नेरी काली। ओए तक सूत नहीं आईया तारा जी, टुटे दिल के साज किया। मैं दसा क्या क्या थानू बातां रे लोको मारे पुआध किया। रिश्तिया का रंग होए ता गाढ़ा, रिश्तिया का रंग होए ता गाढ़ा, मेलियां पर लगे करे ता खाड़ा। गड्डियां पर जन ओए, गड्डियां पर जन चढ़े ता लाड़ा। पिंड मा होए ता कोई कोई पाड़ा, महाराइब हो रहा फिर जाड़ा। रुलगी बोली बिरसा ताड़ा, ओए भी टैम है चुगलो लड़ियां,
इब भी टाइम है चुगलो लड़ियां जी, इसके टूटे ताज किया। मैं दसा क्या क्या थानू बातां, रह लोको मारे पुआद किया। मैं दसा क्या क्या थानू बातां, रह लोको मारे पुआद किया। वाह जी वाह। बीबी ने, शुक्रिया जी। मोहनी ने ਉਹ ਦੁੱਖ ਦਰਦ ਬਿਆਨ ਕੀਤਾ ਕਿ ਕਿਵੇਂ ਸਾਡਾ ਉਜਾੜਾ ਹੋਇਆ, ਸਾਡੀ 47 ਫੇਰ ਬਣ ਗਈ, ਕਿਵੇਂ ਸਾਡੇ ਲੋਕ ਉੱਜੜ ਕੇ ਹੋਰ ਥਾਂ 'ਤੇ ਗਏ। ਦੋਸਤੋ, ਜਦੋਂ ਕਿਸੇ ਨੂੰ ਘਰ-ਬਾਰ ਛੱਡ ਕੇ ਜਾਣਾ ਪੈ ਜੇ, ਉਹਦੇ ਸਾਹਮਣੇ ਉਹਦੇ ਘਰ ਨੂੰ ਕੋਈ ਢਾਹ ਢੇਰੀ ਕਰਦੇ ਔਰ ਕੌਡੀਆਂ ਦੇ ਭਾਅ ਉਹ ਲੈ ਲੇ, ਅਤੇ ਫਿਰ ਉਹ ਉਸੇ ਨੂੰ ਪਤਾ ਹੁੰਦਾ ਕਿ ਉਹਦਾ ਕਿਵੇਂ ਗੁਜ਼ਾਰਾ ਹੁੰਦਾ। ਔਰ ਦੋਸਤੋ, ਮੈਂ ਇਸ ਗੱਲ 'ਤੇ ਹੈਰਾਨ ਹਾਂ ਕਿ ਜਦੋਂ ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਬਣਨ ਲੱਗਿਆ, ਉਦੋਂ ਮੰਗ ਸੀ ਕਿ ਸਾਨੂੰ ਪੰਜਾਬੀ ਸੂਬਾ ਦਿਓ। ਬੜਾ ਸੰਘਰਸ਼ ਹੋਇਆ ਔਰ ਲੋਕਾਂ ਨੇ ਜਾਨਾਂ ਗਵਾਈਆਂ, ਡਾਂਗਾਂ ਖਾਧੀਆਂ, ਜਦੋਂ ਕਿ ਸਾਰੇ ਸੂਬੇ ਬੋਲੀ ਦੇ ਆਧਾਰ 'ਤੇ ਬਣ ਚੁੱਕੇ ਸਨ ਅਤੇ ਉਹ ਵੀ ਠੀਕ ਬਣੇ ਸਨ। ਸਿਰਫ ਪੰਜਾਬੀ ਪ੍ਰਤੀ ਪਤਾ ਨਹੀਂ ਕਿਉਂ ਅਜਿਹੀ ਮੰਦ ਭਾਵਨਾ ਰੱਖੀ ਜਾ ਰਹੀ ਸੀ ਕਿ ਉਦੋਂ 1961 ਦੇ ਵਿੱਚ ਜਦੋਂ ਮਰਦਮਸ਼ੁਮਾਰੀ ਹੋਈ, ਇੱਕ ਮੂਵ ਚੱਲੀ। ਕੋਈ ਸਾਡੇ ਜਿਹੜੇ ਪੰਜਾਬੀ ਵੀਰ ਸੀਗੇ, ਹਿੰਦੂ ਵੀਰ ਸੀ, ਜਿਨ੍ਹਾਂ ਨੇ ਪੰਜਾਬੀ ਬੋਲਦੀ ਮਾਂ ਦਾ ਦੁੱਧ ਚੁੰਘਿਆ ਸੀ, ਉਹਨਾਂ ਨੇ ਫਿਰ ਇੱਕ ਮੂਵਮੈਂਟ ਦੇ ਅਧੀਨ ਕੁਝ ਅਜਿਹੀਆਂ ਪਾਰਟੀਆਂ ਸੀ ਜਿਹੜੀਆਂ ਇਹ ਸ਼ੋਅ ਕਰਨਾ ਚਾਹੁੰਦੀਆਂ ਸੀ ਕਿ ਪੰਜਾਬ ਆ ਜਿਹੜਾ, ਉਹਦੇ ਵਿੱਚ ਪੰਜਾਬੀ ਬੋਲਦੇ ਲੋਕ ਬਹੁਤ ਘੱਟ ਹੈ, ਹੋਰ ਲੋਕ ਆ। ਉਹਨਾਂ ਨੇ ਆਪਣੀ ਭਾਸ਼ਾ ਹਿੰਦੀ ਲਿਖਾਈ, ਪੰਜਾਬੀ ਬੋਲਦਿਆਂ ਹੋਇਆਂ ਉਹਨਾਂ ਨੇ ਹਿੰਦੀ ਲਿਖਾਈ। ਇਸ ਗੱਲ ਦਾ ਹਮੇਸ਼ਾ ਹੀ ਜਿਹੜਾ ਪੰਜਾਬ ਹੈ, ਪੰਜਾਬੀ ਬੋਲੀ ਹੈ ਜਿਹੜੀ, ਉਹਨੂੰ ਇਸ ਗੱਲ ਦਾ ਅਫਸੋਸ ਰਹੂਗਾ ਕਿ ਉਹਨਾਂ ਨੇ ਆਪਣੇ ਮਾਂ ਦਾ ਜਿਹੜਾ ਦੁੱਧ ਹੈ ਉਹਨੂੰ ਕਬੂਲਿਆ ਨੇ। ਜਿਹੜੀਆਂ ਲੋਰੀਆਂ ਉਹਨਾਂ ਨੇ ਪੰਜਾਬੀ 'ਚ ਸੁਣੀਆਂ ਅਤੇ ਵੱਡੇ ਹੋ ਕੇ ਉਹਨਾਂ ਨੇ ਆਪਣੀ ਬੋਲੀ ਪੰਜਾਬੀ ਥਾਂ ਹਿੰਦੀ ਲਿਖਵਾਈ। ਉਹਦਾ ਸਿੱਟਾ ਕੀ ਨਿਕਲਿਆ ਕਿ ਸਾਡਾ ਪੰਜਾਬ ਸੁੰਗੜ ਕੇ ਰਹਿ ਗਿਆ ਔਰ ਕੁਝ ਏਰੀਆਜ਼ ਜਿਹੜੇ ਪੰਜਾਬੀ ਬੋਲਦੇ ਸੀਗੇ ਉਹ ਸਾਡੇ ਤੋਂ ਵੱਖਰੇ ਕਰ ਦਿੱਤੇ ਗਏ, ਪੁਆਧੀ ਬੋਲਦੇ ਵੱਖਰੇ ਹੋ ਗਏ। ਔਰ ਦੋਸਤੋ, ਮੈਂ ਇਹ ਸਮਝਦਾ ਵੀ ਜਿਹੜੀ ਹਿੰਦੀ ਹੈ, ਹਿੰਦੀ ਕੋਈ ਆਪਣੇ ਆਪ ਵਿੱਚ ਮਾਂ ਬੋਲੀ ਕਿਸੇ ਦੀ ਨਹੀਂ। ਹਰਿਆਣਵੀ ਹੈ ਜਿਹੜੀ, ਉਹ ਬੋਲੀ ਹੈ, ਰਾਜਸਥਾਨੀ ਹੈ, ਇਵੇਂ ਬਿਹਾਰੀ ਹੈ, ਇਵੇਂ ਯੂਪੀ ਦੀਆਂ ਵੀ ਕੁਛ ਬੋਲੀਆਂ, ਉਹਨਾਂ ਨੂੰ ਆਪਣੀਆਂ ਉਹ ਮਾਂ ਬੋਲੀਆਂ। ਹਿੰਦੀ ਇੱਕ ਮਿਸ਼ਰਣ ਜੀ ਭਾਸ਼ਾ ਹੈ, ਇਹ ਕਦੀ ਵੀ ਕਿਸੇ ਦੀ ਮਾਂ ਬੋਲੀ ਵੱਖਰੇ ਤੌਰ 'ਤੇ ਨਹੀਂ ਰਹੀ। ਪਰ ਇਹ ਹਿਮਾਚਲ ਨੂੰ ਮਾਂ ਬੋਲੀ ਹਿੰਦੀ ਦੇ ਕੇ ਉਹਨੂੰ ਸਾਡੇ ਤੋਂ ਵੱਖ ਕੀਤਾ, ਜਦੋਂ ਕਿ ਉਹਨਾਂ ਦੀ ਡੋਗਰੀ ਪੰਜਾਬੀ ਨਾਲ ਮਿਲਦੀ ਹੈ। ਸੋ ਕਿਹੜਾ ਦੁੱਖ ਮੈਂ ਤੁਹਾਨੂੰ ਦੱਸਾਂ ਕਿ ਉਹਨਾਂ ਨੇ ਪੰਜਾਬੀ ਨੂੰ ਇਹ ਦੱਸਿਆ ਕਿ ਪੰਜਾਬੀ ਤਾਂ ਸਿਰਫ ਸਿੱਖਾਂ ਦੀ ਭਾਸ਼ਾ, ਇਹ ਨਹੀਂ। ਪੰਜਾਬੀ ਹੈ ਜਿਹੜੀ, ਇਹ ਸਿੱਖਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ ਦੀ ਸਾਂਝੀ ਭਾਸ਼ਾ। ਅਸੀਂ ਜੇ ਨਿਗਾਹ ਮਾਰ ਗਏ, ਮੁਸਲਿਮ ਜਿਹੜੇ ਪੀਰ ਫਕੀਰ ਕਵੀ ਹੋਏ ਹੈ, ਉਹ ਇੱਕ ਲੰਬੀ ਲਿਸਟ ਹੈ। ਸ਼ੇਖ ਫਰੀਦ ਹੈ, ਸ਼ਾਹ ਹੁਸੈਨ ਹੈ, ਵਜੀਦ ਹੈ, ਦਮੋਦਰ ਹੈ, ਪੀਲੂ ਹੈ, ਸੁਲਤਾਨ ਬਾਹੂ ਹੈ, ਬੁੱਲੇ ਸ਼ਾਹ ਹੈ, ਵਾਰਸ ਹੈ, ਹਾਸ਼ਮ ਹੈ, ਸ਼ਾਹ ਮੁਹੰਮਦ ਹੈ, ਕਾਦਰ ਯਾਰ ਹੈ, ਮੁਹੰਮਦ ਬੂਟਾ ਹੈ, ਬਾਬੂ ਰਜਬ ਅਲੀ ਹੈ, ਫਿਰੋਜ਼ਦੀਨ ਸ਼ਰਫ ਹੈ। ਇਹ ਪੰਜਾਬੀ ਨੇ, ਇਹਨਾਂ ਦੇ ਵੀ ਖੂਨ 'ਚ ਪੰਜਾਬੀ ਰਲੀ ਹੋਈ ਹੈ। ਅਤੇ ਜੇ ਅਸੀਂ ਉੱਧਰ ਨਿਗਾਹ ਮਾਰ ਗਏ ਕਿ ਸਾਡੇ ਪੰਜਾਬੀ ਨੂੰ ਹਿੰਦੂ ਵੀਰਾਂ ਨੇ ਜਿਹੜੇ ਕਵੀ ਹੋਏ ਹੈ, ਕੋਈ ਨਾਟਕ ਲਿਖਣ ਵਾਲੇ ਹੋਏ ਹੈ, ਕੋਈ ਨਾਵਲਿਸਟ ਹੋਏ ਹੈ, ਉਹਨਾਂ ਨੇ ਵੀ ਪੰਜਾਬੀ ਬੋਲੀ ਨੂੰ ਆਪਣੇ ਖੂਨ ਨਾਲ ਸਿੰਜਿਆ। ਆਓ ਆਪਾਂ ਉਹਨਾਂ ਨੂੰ ਵੀ ਯਾਦ ਕਰੀਏ। ਦੌਲਤ ਰਾਮ ਹੋਏ ਹੈ, ਕਿਰਪਾ ਸਾਗਰ ਹੋਏ ਹੈ, ਧਨੀ ਰਾਮ ਚਾਤਰਿਕ ਹੋਏ ਹੈ, ਦਵਿੰਦਰ ਸਤਿਆਰਥੀ ਜੀ, ਨੰਦ ਲਾਲ ਨੂਰਪੁਰੀ ਜੀ, ਬਲਵੰਤ ਗਾਰਗੀ ਜੀ, ਸ਼ਿਵ ਬਟਾਲਵੀ ਜੀ, ਓਮ ਪ੍ਰਕਾਸ਼ ਗਾਸੋ ਜੀ, ਰਾਮ ਸਰੂਪ ਅਣਖੀ, ਪ੍ਰੇਮ ਪ੍ਰਕਾਸ਼, ਮੋਹਨ ਭੰਡਾਰੀ, ਸਤੀਸ਼ ਗੁਲਾਟੀ।
ਇਹਨਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ। ਸੋ ਕੁਝ ਜਿਹੜੇ ਕੁਰਾਹੇ ਪਏ ਲੋਕ ਸੀ, ਉਹਨਾਂ ਨੇ ਪੰਜਾਬੀ ਨੂੰ ਤਿਆਗ ਕੇ, ਪੰਜਾਬੀ ਵੱਲ ਪਿੱਠ ਕਰਕੇ ਉਹਨਾਂ ਨੇ ਆਪਣੀ ਬੋਲੀ ਹਿੰਦੀ ਲਿਖਾਈ, ਔਰ ਜਿਹਦਾ ਨਤੀਜਾ ਸਾਡਾ ਜਿਹੜਾ ਪੰਜਾਬ ਹੈ ਉਹ ਸਾਨੂੰ ਉਹ ਨਹੀਂ ਮਿਲਿਆ ਜਿਹੜਾ ਕਿ ਪੰਜਾਬੀ ਬੋਲਦਾ ਪੰਜਾਬ ਸਾਨੂੰ ਮਿਲਣਾ ਚਾਹੀਦਾ ਸੀ। ਅਤੇ ਚੰਡੀਗੜ੍ਹ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਾਡੇ ਨਾਲ ਕਿਵੇਂ ਧੱਕਾ ਹੋਇਆ, ਇਹ ਵੀ ਖੋਹ ਲਿਆ। ਇਹਦੇ ਵਿੱਚ ਵੀ ਅਸੀਂ ਅੱਜ ਕਿਰਾਏਦਾਰ ਦੇ ਤੌਰ 'ਤੇ ਬੈਠੇ ਹਾਂ, ਅਤੇ ਤੁਸੀਂ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ ਜਿਹੜਾ ਅੱਜ ਉਹਨਾਂ ਦੀ ਤਰਾਸਦੀ ਹੈ, ਉਹਨਾਂ ਦਾ ਦੁੱਖ ਦਰਦ ਹੈ, ਤੁਸੀਂ ਭਲੀ ਭਾਂਤ ਸਮਝਦੇ ਹੋਗੇ। ਹਾਂਜੀ, ਮੋਹਣੀ ਤੂਰ ਜੀ ਨੇ ਇੱਕ ਬੜੀ ਸ਼ਾਨਦਾਰ ਕਵਿਤਾ ਰਾਹੀਂ ਆਪਣਾ ਦੁੱਖ ਦਰਦ ਬਿਆਨ ਕੀਤਾ। ਅਤੇ ਤੁਸੀਂ ਅੱਜ ਜੋ ਪੰਜਾਬ ਦਾ ਚੰਡੀਗੜ੍ਹ ਦਾ ਕਲਚਰ ਹੈ, ਇਸ ਕਲਚਰ ਦੇ ਹੇਠਾਂ ਜਿਹੜਾ ਤੁਹਾਡਾ ਕਲਚਰ ਸੀ, ਪੁਆਧ ਦਾ ਕਲਚਰ ਸੀ, ਜਿਹੜਾ ਕਿ ਉਹਦੀਆਂ ਚੰਡੀਗੜ੍ਹ ਦੀਆਂ ਨੀਹਾਂ ਦੇ ਵਿੱਚ ਨੱਪਿਆ ਪਿਆ, ਅੱਜ ਤੁਸੀਂ ਦੇਖਦੇ ਹੋਵੋਗੇ ਕਿ ਅੱਜ ਉਹ ਜਿਹੜਾ ਪੁਆਧ ਦਾ ਇਲਾਕਾ ਸੀ, ਉਹ ਸਾਡਾ ਸੱਭਿਆਚਾਰ ਸੀ, ਉਹਦੇ ਉੱਤੇ ਕਿਹੋ ਜਿਹਾ ਸੱਭਿਆਚਾਰ ਵਸਿਆ ਹੋਇਆ ਤੁਸੀਂ ਰੋਜ਼ ਦੇਖਦੇ ਹੋ। ਕੀ ਮਹਿਸੂਸ ਕਰਦੇ ਹੋ ਤੁਸੀਂ? ਉਸ ਸੱਭਿਆਚਾਰ ਕੇ ਥੱਲੇ ਦਬੀਆਂ ਵੀਆਂ ਮਾਰੀਆਂ ਪੁਰਾਣੀਆਂ ਯਾਦਾਂ, ਮਾਰੀਆਂ ਮਾੜੀਆਂ, ਮਾਰੇ ਪਿੱਪਲ ਜਿਹੜੇ ਉਹਨਾਂ ਨੇ ਪੱਟੇ ਨਹੀਂ ਊਟੀ ਪ੍ਰਸ਼ਾਸਨ ਨੇ, ਉਹ ਉੱਥੇ ਹੀ ਖੜੇ ਹੈ। ਮਾਰੀਆਂ ਮਾੜੀਆਂ, ਪਰ ਅੱਜ ਵੀ ਲੋਕ ਜਿਹੜੇ ਜ਼ਮੀਨਾਂ ਬਾਹਰ ਮਾਲਵੇ ਮਾ ਲੈ ਗਏ, ਉੱਥੇ ਤੇ ਆ ਕੇ ਮੱਥਾ ਟੇਕਾਂ, ਸਤੀਆਂ ਮਟੀਆਂ, ਜਿਹੜਾ ਵਿਆਹਾਂ ਤੇ ਬਾਅਦ ਬਹੂ ਨੂੰ ਮੱਥਾ ਟਿਕਾਵੇਂ ਤੇ ਉੱਥੇ ਤੇ ਆ ਕੇ ਮਾਲਵੇ ਮਾ ਆ ਕੇ ਉਹਨਾਂ ਸੈਕਟਰਾਂ ਮਾ ਉਹ ਇੱਕ ਰਹਿੰਦ ਖੂੰਦ ਕੇ ਤੌਰ ਪਰ ਖੁੰਝੇ ਜੇ ਨੂੰ ਖੜੀਆਂ ਜੀ, ਉੱਥੇ ਆ ਕੇ ਉਹ ਲੋਕ ਆਪਣੇ ਪੁਰਖਿਆਂ ਨੂੰ ਉਤਰੇ ਹੀ ਪੂਜਾਂਗੇ। ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੀ ਹਾਂ ਵੀ ਮੈਂ ਮੋਹਾਲੀ ਬੈਠੀ ਹੋਏ ਕਰਾਂ ਤੀ ਘਰਾਂ, ਤਾਂ ਸਾਹਮਣੇ ਵਾਲੇ ਪਾਰਕ ਕੇ ਕੋਨੇ ਪਰ ਇੱਕ ਬਜ਼ੁਰਗ ਦੋਧੀ ਮਾਰੇ ਉਰੇ ਦੋਜੀ ਕਹਾ ਉਹਨਾਂ ਨੂੰ, ਉਹ मारे उरे पिंडा के लोगों का काम आई है, जमीना हमारे पर रही नहीं, हमें हमारे उरे ज्यादा लोग दुध का काम करा, चंडीगढ़ मोहाली पंचकूले इस ट्राई सिटी में हमारे लोग दुध पावा, तो बाबा दोजी उत्थे रोज अपनी केनी में पानी पान आए करे सैक्टर 70 के पार्क के कोने में लगे वे पिपल में। मैं उसनों पूछा जाके, मैं कहा बाबे तो रोज उरे क्या करना वा, 7वें 8वें दिन आवा तू, इन्ना थक्या वा, यो क्या पाके जावा तू इसकी जड़ में। कहा पुत उरे हमारी मोटर होया थी, यो पिपल मेरे बाबे का लाया वा, मैं उरे दुध पाउण आवा कोठियां वा, मैं इसनूं दोबारा जम्मिया वा देख लिया। मैं अपने पोते नूं जाके बहुत खुश होकर दस्या भी मेरे बाबे का लाया वा पिपल उत्थे मोटर वाली थों पर 70 सैक्टर फिर जम गया, मैं इसमें पानी पावां पुत, मैं इसनूं बड़ा होया वा देखना चाहां, इनू देख के मैनूं मेरा बाबा याद आवा, मैनूं मेरी मोटर याद आवा, मैनूं मारे खेत याद आवा। इह जे दर्द मारे लेके उरे बैठे और मैं अपनी अपनी हाँ बोलो, मैं अपनी बात बतावा भी मेरा जिहड़ा गांव है उसका नाम है संते मजरा। पहला वो अंबाले जिले में होए करे था, फिर वो रोपड़ जिले में हो गया, वो मोहाली का 115 सेक्टर है। खेत हमारे खेता में हमारे कंक्रीट के बड़े बड़े जंगल खड़े हो गए, फ्लैट हो गए, जिन्हां में बहुत सारे डीलर ने बहुत महंगे पैसे में हमारी जमीन खरीदी थी। वो पैसे ने भी हमारे लोगों का बहुत नुकसान कराया, दिमाग खराब कर देते, वर्क कल्चर उरे का खत्म कर दिया, लोग हमारे मेहनती नहीं रहे, पैसा भी हौली हौली खत्म हो गया, पिंडा पा भी हमारे यहाँ पर कब्जा हो गया। उत्थे जाके हुण जिकना हमें कुड़ियां जावां अपने प्योकियां, उत्थे जाके हमें अपनी माड़ियां पिप्पल टोबे लभने की कोशिश करा, मानू उत्थे कुछ नहीं मिलता, मानू उत्थे कुछ नहीं मिलता, हाँ हाँ किते नहीं मिलता। हमें यही उत्थे गलियां में बईए रहांगे, बईयां के क्वार्टर बनाए हुए हैं, लोग चले गए उरे ते जमीना बाहर जाके ले लिया मालवे में। मारे पिंड की गलियां की कंधा पर तंबाकू थुक्या हुआ हुआ, जिकना यूपी बिहार में तो मैं देखांगे ओही गलियां जिन्हां में मेरा बचपन बीत्या, मैं खेले करें थी, ओही याद करन जावा मैं भी। लंबड़ा का घर था, उरे ट्राली होए करे थी, उरे गड्ढा खड़े होता, पर उत्थे पान पान थुक्या हुआ हुआ जी उन्हां कंधा पर, भईया ही भईया उत्थे। पिंड के आले दुआले फ्लैट ही फ्लैट है, पिंड की होंद खत्म करती। पर मैं रोज सुपनिया में अपने पिंड जावा रात नूं, ओही हरिया भरिया पिंड। मारे उरे गन्ने की खेती बहुत थी, गुड़ बहुत मशहूर था हमारे पौध का, उरे अंबा की खेती बहुत थी, अंबे अंब होए करे थे, सारे पटदे मंडिया में इन्ने अंब जाए करे थे, दुआबे जिन्ने अंब होए थे हमारे पौध में। इब उत्थे कुछ नहीं है, इब उत्थे बस मेमा बाहर ते आए हुए लोग
घूम रहे हैं, सैर कर रहे हैं जी। हमारे इतने पार्क बने हुए हैं, सैंडविच करते हमारे पिंड आले दुआले बहुत बड़िया बड़िया कंधा बनातियां भी गोहा दिखा। ਜਿਹੜੇ ਰਹਿੰਦ ਖੂੰਦ ਲੋਕ रहे हुए हैं ਉਹੀ ਰਹੇ हुए हैं, बाकी सब उजड़ गए चले गए। बइये रहा जी, बइया का या पीजी मुंडे कुड़ियां ਜਿਹੜੇ छोकरे रहा उत्थे, बस वो रह गया हमारा पिंड। कल्चर हमारा खत्म हो गया। मोहनी जी उस बात का बहुत दुख है मैंने। हाँ, किड्डा चंगा ਹੁੰਦਾ ਜਿਹੜੇ ਬੇਸ਼ੱਕ ਸੈਕਟਰ ਹੁਣ ਇਹਨਾਂ ਨੇ ਬਣਾਤੇ ਹੈ, ਉਹ ਆਪਾਂ ਇਹਨਾਂ ਨੂੰ ਰੋਕ ਨਹੀਂ ਸੀ ਸਕਦੇ। ਜੇ ਕਿਤੇ ਜਿਹੜਾ ਪਿੰਡ ਉੱਥੇ ਉਜੜਿਆ ਸੀ ਉੱਥੇ ਉਹਦੇ ਇੱਕ ਨਾਂ ਦੀ ਫੱਟੀ ਲਾ ਦਿੰਦੇ, ਇੱਕ ਨਾਂ ਦਾ ਪੱਥਰ ਲਾ ਦਿੰਦੇ ਵੀ ਇੱਥੇ ਆਹ ਪਿੰਡ ਹੁੰਦਾ ਸੀ, ਉਸ ਪਿੰਡ ਦਾ ਖੂਹ ਸੰਭਾਲ ਲੈਂਦੇ, ਉਸ ਪਿੰਡ ਦਾ ਜਿੱਥੇ ਸੱਥਾਂ ਸੀ ਇੱਕ ਦੋ ਪਿੱਪਲ ਸੰਭਾਲ ਲੈਂਦੇ, ਉਹਦੇ ਦੁਆਲੇ ਥੜੇ ਬਣ ਜਾਂਦੇ, ਕੁਛ ਨਾ ਕੁਛ ਤਾਂ ਯਾਦਗਾਰ ਉਹਨਾਂ ਪਿੰਡਾਂ ਦੀ ਰੱਖਦੇ। ਅਤੇ ਇਹ ਤਾਂ ਜਿਵੇਂ ਕੋਈ ਚੀਜ਼ ਦਾ ਇੱਟ ਨਾਲ ਇੱਟ ਖੜਕਾਉਣੀ ਹੁੰਦੀ ਹੈ ਨਾ, ਜਿਵੇਂ ਸਰਹੰਦ ਦੀ ਇੱਟ ਨਾਲ ਇੱਟ ਖੜਕੀ ਹੈ, ਉਵੇਂ ਪੁਆਧ ਦੀ ਇੱਟ ਨਾਲ ਇੱਟ ਖੜਕੀ ਹੈ। ਔਰ ਮੈਂ ਸਮਝਦਾ ਵੀ ਜਦੋਂ ਤੁਹਾਡੇ ਜਿੱਥੇ ਤੁਹਾਡੀ ਬੋਲੀ ਜਾਂਦੀ ਸੀ, ਜੇ ਤੁਸੀਂ ਅੱਜ ਉੱਥੇ ਬਾਜ਼ਾਰ ਦੇ ਵਿੱਚ, ਉੱਥੇ ਕਿਸੇ ਪਬਲਿਕ ਪਲੇਸ ਦੇ ਵਿੱਚ ਤੁਸੀਂ ਆਪਦੀ ਬੋਲੀ ਬੋਲੋ ਅਤੇ ਆਲੇ ਦੁਆਲੇ ਫਿਰ ਲੋਕ ਕਿਵੇਂ ਮਹਿਸੂਸ ਕਰਦੇ ਆ? मैं अपनी थानू बात बतावा भी, चंडीगढ़ की यूनिवर्सिटी मारे पिंडा की जमीन पर बनी हुई है। जब मैं यूनिवर्सिटी में पढ़े करें थी, सारे मैनू छेड़े करें थे, आ गई तातड़ो आ गई, क्या बोली बोला तो शर्म नहीं आती तेनू, तातड़ो कह के छेड़े करें थे मैनू। मारी बोली में आया था गया था। हाँ जी, अच्छा मारे लोग इलाके के लोगों वास्ते ये सो कॉलर्ड वाइट कलर, जेडे वाइट कॉलर्ड लोग है ना, की सोच है भी वो देसी लोग हैं, साधारण लोग हैं। मेरे हिसाब से भाषा कोई पैरामीटर नहीं है किसी बंदे की इंटेलिजेंसी नू मापने का। ठीक है। वो हमें किते तक चक नहीं लियाए, वो हमारे परदादियां की सदियां ते चली आ रही है। हमारी माँ ते मिली है, उमा मानू लोरियां मिलियां है, जब उनमा लिखा गावा बोलना, हमें मानू ऐ लगा हमें अपनी अम्मा नू मिले, बेबे नू मिले, हमें अपनी इन्ना मोह आवा मानू उसका। पर लोग इसनू उस इज्जत गैल नहीं देखते। मानू समझा भी ये फूहड़ लोग हैं, गवार लोग हैं। ਜਦੋਂ ਤੁਸੀਂ ਕਿਤੇ ਇਕੱਠ ਦੇ ਵਿੱਚ ਫਰਜ਼ ਕਰੋ ਦੋ ਉੱਥੋਂ ਦੇ ਪਿੰਡਾਂ ਦੇ ਨਿਵਾਸੀ ਮਿਲਦੇ, ਆਪਸ 'ਚ ਗੱਲਬਾਤ ਕਰਦੇ, ਫਿਰ ਚੰਡੀਗੜ੍ਹੀਏ ਤੁਹਾਡੇ ਵੱਲ ਕਿਵੇਂ ਦੇਖਦੇ ਆ? बहुत अजीब तरीके के देखा, जिवें कोई होर प्लैनेट ते आए हुए लोगों नूं देखे करा भी ਉਹ कौन लोग हैं, कित्थे ते आए हुए हैं। जब मैं गा के उतरा स्टेजां पर ते बाबे लोकल मारे मेरे सिर पर प्यार दे दे के मेरा सिर पोला करदे हां, और उत्थे ਜਿਹੜੀਆਂ होर बीबियां ਉਹ देखदियां भी ਉਹ देसी जे लोग, गंदे जे लोग कित्थे इकट्ठे होए में क्या बकवास मार रहे हैं। ਉਹਨਾਂ ਨੂੰ ਮਾਰੀ ਕੋਈ ਸਮਝ ਨਹੀਂ, ਕਿੱਡੀ ਪੱਤਰ ਬਣਾਏ ਵੇ, ਕਿੱਡੀ ਤਰਾਸਦੀ ਹੈ ਜੀ। ਮੋਹਣੀ ਜੀ, ਫਿਰ ਤੁਸੀਂ ਕੋਈ ਆਪਦੇ ਮਨਪਸੰਦ ਦਾ ਇੱਕ ਗੀਤ ਹੋਰ ਮਿੱਠਾ ਜਿਹਾ ਸਰੋਤਿਆਂ ਨੂੰ ਜ਼ਰੂਰ ਸੁਣਾਓ। ਅੱਜ ਅਸੀਂ ਚਾਹੁੰਦੇ ਹਾਂ ਕਿ ਪੁਆਧੀ ਦਾ ਜਿਹੜਾ ਰੰਗ ਹੈ ਉਹ ਅਸੀਂ ਮਾਣ ਸਕੀਏ। हाँ जी, वो मेरे दिल का दर्द है जी। मेरी दादी जिन्हों हमारे इलाके में जिवें मालवे में अंबो कहा, हमारे पुआध में अम्मा कहा हाँ मैं अपनी दादी नूं। अम्मा पूरी हुई नू, अम्मा मरी नू बहुत साल हो गए, पर एक दिन अम्मा मेरे सुपने में आई, मनु कहा भी संते मजरा मेरा गांव घुमा के लिया मनु। मैं अम्मा नू कह रही है भी मन पिंड ताई गांव तां मन नू नहीं पछाण आंदा, तेनू किकण आ जाऊगा, तेनू तां उरे ते गई नू भी बहुत साल हो गए। ओ दर्द ओ त्रासदी मैं अम्मा नू बयान करा अपनी नू। रात मेरी अम्मा मेरे सुपने में आई थी, रात मेरी अम्मा मेरे सुपने में आई थी, दे के जी दुआदा हो आपे मैं बुलाई थी। दुआदा मतलब स्नेहा कल के बुलाई, दे के जी स्नेहा दुआदा दे के, हाँ दे के जी दुआदा हो आपे मैं बुलाई थी। अम्मा कहा मन्नू संते मजरा कमा लिया तो, गैले साफ सुथरी जी हवा भी खड़ा लिया तो, छेड़ दिया उन्हें मेरे दिलाली तार नू, मैं ला के सौखी होन लगी अज उस भार नू, मैं ला के सौखी होन लगी अज उस भार नू, भुल्ला कितरा मैं मौजां जिथे माणिया, तो अम्मा गौ नू देख आण के इब थौड़ा भी नहीं जांदियां पछाणियां। थौड़ा मतलब थावां, पिंड दे थावां, इब थौड़ा भी नहीं जांदियां पछाणियां, तो अम्मा गौ नू देख आण के। ए चलनी ती ताजी हवा जेड़ी उत्थे चल ली, धरती होइब तां बगानियां ने मल ली, भू माफिए ने अम्मा गौ सारा खा लिया,
ਓਪਰੇ ਜੇ ਬੰਦਿਆਂ ਨੇ ਜਾਲ ਜਾ ਵਿਛਾ ਲਿਆ, ਆਪਣੇ ਹੀ ਗौआ मां बगाने हमें हो रहे हैं, अपने ही गौआ मां बगाने हमें हो रहे हैं। ऊपर ते हंसा पर अंदर ते रो रहे हैं, बाबे बैठे ना बना के बटानियां तो अम्मा गौ नू देख आन के, ते थोड़ा भी नहीं जानिया पछानिया तो अम्मा गौ नू देख आन के। ਡੀਲਰਾਂ ਨੇ ਨੋਟਾਂ ਵਾਲੇ ਮੀਂਹ ਜਦ ਪਾਏ ਤੇ, ਇਹ ਡੀਲਰਾਂ ਨੇ ਨੋਟਾਂ ਹੋ ਕੇ ਮਸ਼ਹੂਰ ਹਮੇ ਖਬਰਾਂ ਮਚਾਏ ਤੇ, ਹੋ ਕੇ ਮਸ਼ਹੂਰ ਹਮੇ ਖਬਰਾਂ ਮਚਾਏ ਤੇ। ਹੈਲੋ ਹਾਂਜੀ ਹੈਲੋ ਹਾਂਜੀ ਚਲੋ ਗਾਓ ਬੋਲੋ ਖਤਮ ਆ ਗਈ ਤੁਹਾਡਾ ਹਾਂ ਚਲੋ 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 ਹਾਂ। ਡੀਲਰਾਂ ਨੇ ਨੋਟਾਂ ਵਾਲੇ ਮੀਂਹ ਜਦ ਪਾਏ ਤੇ, ਹੋ ਕੇ ਮਸ਼ਹੂਰ ਹਮੇ ਖਬਰਾਂ ਮਾ ਆਏ ਤੇ। ਲਗੇ ਤਾਂ ਵੀ ਰਾਜੇ ਮਾਰੇ ਵਰਗੇ ਹੀ ਹੋਵਾਏ, ਇਬ ਕੋਠੇ ਪਾਣੀ ਸੌਂਦੇ ਹਮੇ एसी ला के सोआए। बचने चाचे का बिल्लू चिट्टे जे ने खा लिया, बचने चाचे का बिल्लू चिट्टे जे ने खा लिया। कच्चा कोठा लंबड़ा ने ढा के महल पा लिया, इब काड़ो टाहो बन के रहा रानियां तो अम्मा गौ नू देख आन के। इब थौड़ा भी नहीं जांदियां पछाणियां तो अम्मा गौ नू देख आन के। अंबाले बागा माते अंब सारे पट दे, डीलरां ने उत्थे तां पलाट सारे कट दे। खेतां मां बना दे खुडे इट्टां आले टैट अम्मा, लोक बसां ऊमा ऊनू कहाँ है फ्लैट अम्मा। कली कली गली मां बिहारियां का डेरा है, उच्चियां इमारतां ने गौ नू पाया घेरा है। इब दिखदे ना बलद प्राणियां तो अम्मा गौ नू देख आन के। इब थौड़ा भी नहीं जांदियां पछाणियां तो अम्मा गौ नू देख आन के। मनसी अम्मा भी इब इजड़ नी चार दी, ए गाला कड लाबो ताई कालजा नी ठार दी। न्याणा स्याणा उरे तां मोबाइल चक्की फिरा है, जान का जंजाल मन्नू लगा यो निरा है। ਲੈ ਦੇ ਕਮਰੇ ਮਾਂ ਸੋਵਾਂ ਸਾਰੇ ਰਾਤਾਂ ਨੂੰ, ਇਬ ਲੈ ਦੇ ਕਮਰੇ ਮਾਂ ਸੋਵਾਂ ਸਾਰੇ ਰਾਤਾਂ ਨੂੰ। ਇਬ ਨਹੀਂ ਸੁਣਾਂਦਾ ਕੋਈ ਦਾਦੀ ਕੀਆਂ ਬਾਤਾਂ ਨੂੰ, ਤੇਰੇ ਗੈਲੇ ਚਲੇ ਗਈਆਂ ਐ ਕਹਾਣੀਆਂ ਤੋਂ ਅम्मा ਗौ ਨੂੰ ਦੇਖ ਆਣ ਕੇ। ਤੇ ਥੌੜਾ ਵੀ ਨਹੀਂ ਜਾਣੀਆਂ ਪਛਾਣੀਆਂ ਤੋਂ अम्मा गौ ਨੂੰ ਦੇਖ ਆਣ ਕੇ। इब पिछली गोहर मानू गड्डे भी नहीं लगदे, गोहर मतलब पही बीही। इब पिछली गोहर मानू गड्डे भी नहीं लगदे, पीमा पैकटां का दुध मुक्के टांटे कंडे कख के। खाली पथवाड़ा छेरो पाथियां ना पत्था, इब काकी मासी किसी के भी गोहा नहीं चक्का। इब हाड़ी सोनी वाली उकी सांझ भी है मुक गई, हाड़ी सौनी दाने दिंदे हुंदे सी गोहा चक्कण वालियां नू। हाड़ी सौनी वाली उकी सांझ भी है मुक गई, गैले कुब्बी ओह होगी उकी धौण भी है झुक गई। हली कैम लगा उकियां जठानियां तो अम्मा गौ नू देख आन के। इब थौड़ा भी नहीं जांदियां पछाणियां तो अम्मा गौ नू देख आन के। नवी पीढ़ी मारी रीस गोरियां की कराए, बापू सच्ची बड़ा इब छोकरे ते डरा है। कुड़ियां भी चल पियां पुठे सिद्धे राहां पा, बेड़ी बन्ने लगू औखी नवें मलाहां पा। कपड़े पाउणे का कोई चज नी सहूर नी, देखिया ना जाहे माते एहा जा लहूर नी। मैं इब घोड़ियां ना उत्थे जाके गाणियां तो अम्मा गौ नू देख आन के। ते थौड़ा भी नहीं जानियां पछाणियां ए अम्मा गौ नू देख आन के। बहुत अच्छे बहुत अच्छे। ਵੇਖੋ ਮੋਹਣੀ ਜੀ ਸਮਾਂ ਰੁਕਦਾ ਨਹੀਂ, ਸਮਾਂ ਅੱਗੇ ਵੱਧਦਾ ਤੁਰਿਆ ਜਾਂਦਾ ਹੈ। ਬੇਸ਼ੱਕ ਐਜੂਕੇਸ਼ਨ ਨਾਲ
ਡਰੈਸ 'ਚ ਵੀ ਤਬਦੀਲੀ ਆਉਂਦੀ ਹੈ, ਹੋਰ ਵੀ ਤਬਦੀਲੀ ਆਉਂਦੀ ਹੈ, ਪਰ ਜਿਹੜੀਆਂ ਸਿਆਣੀਆਂ ਕੌਮਾਂ ਉਹ ਆਪਣਾ ਜਿਹੜਾ ਸੱਭਿਆਚਾਰ ਹੈ, ਆਪਣਾ ਕਲਚਰ ਹੈ, ਉਹਨੂੰ ਕਦੇ ਨਹੀਂ ਵਿਸਾਰਦੀਆਂ। ਤੁਸੀਂ ਜੀ ਬਹੁਤ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜੀ ਪੁਆਧੀ ਬੋਲੀ ਹੈ, ਪੁਆਧੀ ਸੱਭਿਆਚਾਰ ਹੈ, ਇਹਨੂੰ ਕਿਵੇਂ ਨਾ ਕਿਵੇਂ ਬਚਾਇਆ ਜਾਵੇ, ਇਹ ਖਤਮ ਨਾ ਹੋਵੇ, ਇਹ ਕਮਜ਼ੋਰ ਨਾ ਪਵੇ। ਔਰ ਰੇਡੀਓ ਚੰਨ ਪ੍ਰਦੇਸੀ ਦੀ ਵੀ ਕੋਸ਼ਿਸ਼ ਹੈ ਕਿ ਜੋ ਸਾਡੇ ਕੋਲੋਂ ਦੂਰ ਹੋ ਗਿਆ ਉਹਨੂੰ ਅਸੀਂ ਨੇੜੇ ਲਈਏ। ਔਰ ਇਹ ਹੁਣ ਤੁਹਾਡਾ ਪ੍ਰੋਗਰਾਮ ਸੈਕਿੰਡ ਹੈ। ਪਹਿਲਾਂ ਚਰਨ ਪੁਆਧੀ ਜੀ ਨੂੰ ਮੈਂ ਬੇਨਤੀ ਕੀਤੀ ਸੀ, ਪ੍ਰੋਗਰਾਮ 'ਤੇ ਆਏ ਸੀ, ਹੁਣ ਤੁਸੀਂ ਆਏ ਹੋ। ਮੇਰੀ ਕੋਸ਼ਿਸ਼ ਹੋਊਗੀ ਕਿ ਸਮੇਂ ਸਮੇਂ 'ਤੇ ਅਸੀਂ ਪੁਆਧੀ ਜਿਹੜੇ ਗੀਤਕਾਰ ਹੈ, ਪੁਆਧੀ ਲਿਖਾਰੀ ਹੈ, ਪੁਆਧੀ ਕਵੀ ਹੈ, ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖੀਏ। ਬੇਸ਼ੱਕ ਹੱਦਾਂ ਸਾਡੀਆਂ ਵੱਖਰੀਆਂ ਹੋ ਗਈਆਂ, ਸਾਡੇ ਰਾਜ ਹੋਰ ਹੋ ਗਏ ਹੈ, ਪਰ ਅਸੀਂ ਬੋਲੀ ਨੂੰ ਤਾਂ ਫਿਰ ਵੀ ਕੋਲੇ ਰੱਖ ਸਕਦੇ ਹਾਂ। ਅਸੀਂ ਅਜਿਹੇ ਪ੍ਰੋਗਰਾਮ ਹੋਣ ਜਿਹਦੇ 'ਚ ਸਾਰੀਆਂ ਬੋਲੀਆਂ ਦੇ ਕਵੀ ਗੀਤਕਾਰ ਆਉਣ ਔਰ ਆਪੋ ਆਪਣੀਆਂ ਜਿਹੜੀਆਂ ਰਚਨਾਵਾਂ ਪੇਸ਼ ਕਰਨ, ਉਹ ਕਿੱਡਾ ਵਧੀਆ ਉਪਰਾਲਾ ਹੋਵੇਗਾ। ਤੁਸੀਂ ਥੀਏਟਰ ਨਾਲ ਬੜਾ ਲੰਬਾ ਸਮਾਂ ਜੁੜੇ ਰਹੇ ਹੋ, ਜਿਵੇਂ ਕਿ ਤੁਸੀਂ ਦੱਸਿਆ, ਔਰ ਉਸ ਥੀਏਟਰ ਦੇ ਸਮੇਂ ਦੇ ਵਿੱਚ ਤੁਸੀਂ ਗੁਰਸ਼ਰਨ ਭਾਜੀ ਦੇ ਨਾਲ ਕਿੱਥੇ ਕਿੱਥੇ ਫਿਰ ਕੀ ਕੁਝ ਤੁਸੀਂ ਪਰਫੋਰਮ ਕੀਤਾ, ਸੰਖੇਪ 'ਚ ਦੱਸਿਓ। हमें जी गुरशरण भाजी के गैल इनकलाबी थिएटर करया, भगत सिंह शहीद करतार सिंह सराबा, गदरी बाबियां की कथावां, गाथा गदरी गुलाब कौर और दब्बे कुचले लोगों की बात जिहड़ी उन्होंने करी है, थानू पता ही है। इनकलाबी थिएटर करया। उसके बाद फिर मैं 14 साल घरेलू मजबूरियां करके मेरा गैप पै गया। उसके बाद फिर मैं 1.5 साल पहला पंजाबी फिल्मां च अपनी दमदार वापसी करी है, जिहदे में मैं 15-16 पंजाबी फिल्मां हुण करके हटी हैं जी। बहुत अच्छा। हाँ जी, जिसे मैं ताई का, चाची का करैक्टर आर्टिस्ट, माँ का करैक्टर उनमें कर रही हैं। मतलब मैं पर्सनली दसना चाहा भी परमात्मा की कृपा है भी मैं माझी, मलवई, दुआबी सारियां भाषावां जिहड़ियां हैगियां, ईवन माझी, मालवी, दुआबी, पुआधी सारियां बोलियां मैं बोल रहा हूं। मलवई बोली गल मलवई बोली गल मेरा खास मोह है, क्योंकि जेडे मैं प्रोजेक्ट करे हैं, फिल्मां भी करे हैं, लोग मैनू आके पुछां भी मालवे मां केड़ा ग्रोह है बाई तेरा, कुछ मलवई प्रोजेक्ट इहो जिहे मेरे, फिर मैनू दसना पवा भी मैं मलवैन नहीं है जी, मैं पुआध की है। वो कहंदे तुसी झूठ बोलदे हो, तुसी झूठ बोलदे हो, लगदे ही नहीं तमें तां जेड़ा अपनी बोली नू कि प्यार करा। कई प्रोजेक्ट मैं माझी बोली बहुत जबरदस्त मेरा स्लैंग हैगा, उसमें भी दुआबी पर बहुत मेरी जबरदस्त पकड़ है, क्योंकि मेरी मां दुआबे नू बिलोंग करा। मतलब मैनू सारियां भाषावां चंगियां लगा, मैं सब नू बोलां, बहुत निठ के बोलां। मतलब मैनू ऐ लगा भी यार जिन्ना अंदर ले लो इन्हां चीजां नू, उन्ने ही मैं ज्यादा भरे भरे महसूस करूंगी। मेरी वो पर्सनल सोच है। मोनी जी बोली तो अपनी पंजाबी है, वक्रे वक्रे शेड है, ये शेड वक्रे, कोई पुआधी है, कोई मलवई है, ये शेड वक्रे है। बेशक शेड वक्रे पर बोली तो एक है ना। मारे पुआधियां की एक माड़ी आदत दसन लगी है मैं थोनू, इस बोली के खत्म होने का एक क्यों भी कारण है। मारे लोगों नू या ट्राई सिटी ने इन्ने क दबा दिया, साइकोलॉजिकली मारे डोमीनेट कर लिया मैनू। मारे लोग जे कोई मालवे वाला उसकी गल मलवई बोला, जे कोई दुआबे वाला उसकी गल दुआबी बोला, जे कोई माझे वाला उसकी गल माझी बोला, अपनी बोली डरते नहीं बोलते, हिंदी वाले गल हिंदी बोलना, हमें भी बोलना। उत्थे मतलब मारे मन में हो गया भी मैनू देसी ना समझा जाए, अपनी बोली ते मान नहीं समझदे, मान नहीं महसूस करदे, है ना। हाँ जी, यो मारे मैनू कोई शर्म नहीं कहने थे। पुआधियां की बहुत माड़ी आदत है। इसे खातर हमें इकट्ठे होके अंतरराष्ट्रीय पुआधी मंच की जिहड़ी स्थापना करी है, हमें लोगों को प्राउड फील करा रहे हैं जा जाके भी इसनू बोलना शुरू ही करो या खत्म हो जानी है नहीं थारे गैली। अजकल के नवे छोकरे कुड़ियां नहीं बोल रहे इस चीज नू, बेइज्जती समझा इसनू बोलने में। और सब ते बड़ा ऐब है हमारे लोगों को। ਅਸੀਂ ਤੁਹਾਡਾ ਜਿਹੜਾ ਅੰਤਰਰਾਸ਼ਟਰੀ ਪੌਦੀ ਮੰਚ ਹੈ ਰੇਡੀਓ ਚੰਨ ਪ੍ਰਦੇਸੀ, ਉਹਦੇ 'ਚ ਯੋਗਦਾਨ ਪਾ ਰਿਹਾ। ਅਸੀਂ ਤੁਹਾਡੀ ਬੋਲੀ ਨੂੰ, ਇਸ ਪੰਜਾਬੀ ਦੀ ਇਸ ਸ਼ੇਡ ਨੂੰ ਅਸੀਂ ਵੀ ਦੂਰ ਦੂਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਬੜੇ ਦੇਸ਼ਾਂ ਦੇ ਵਿੱਚ ਪੁਆਧੀ ਲੋਕ ਵਸੇ ਹੋਏ। ਅੱਜ ਤੁਹਾਡੀਆਂ ਰਚਨਾਵਾਂ ਸੁਣ ਕੇ, ਗੀਤ ਸੁਣ ਕੇ ਮੈਨੂੰ ਲੱਗਦਾ ਬਹੁਤ ਉਹਨਾਂ ਨੂੰ ਖੁਸ਼ੀ ਹੋ ਰਹੀ ਹੋਣੀ ਹੈ। ਹੁਣ ਤੁਸੀਂ ਫਿਰ ਕਿਹੜੀ ਰਚਨਾ ਪੇਸ਼ ਕਰੋਗੇ? ਸਾਡੇ ਕੋਲ ਸਿਰਫ 9-10 ਮਿੰਟ ਬਾਕੀ ਰਹਿ ਗਏ, 1-2 ਰਚਨਾਵਾਂ ਜ਼ਰੂਰ ਸੁਣਾਓ। हाँ जी, मैं थोनू अपनी टकसाली बोली च लिखी हुई एक रचना सुनावा। इहमें भी मेरे पिंड का दर्द है, मैनू मेरा
वो बचपन याद आवा, उसी मैं बात करन लगी तेरे सामने। ठीक है। हमें छोटे हुंदे खेले करन दियां कुड़ियां भी हरा समंदर गोपी चंदर बोल मेरी मछली किन्ना किन्ना पानी, वो कहा गिट्टे गिट्टे पानी, फिर सारे न्याणे कहते डुब गई गोडे गोडे पानी लक लक पानी, आखिर मैं सिर पर आके कह देंदियां डुब गई भी डुब गई, सारा खेल खत्म हो जाता। जद बड़े हुए हैं फिर समझ आई है भी उन्हां खेलां मां मारे बुजुर्गां ने मानू किन्ना कुछ सिखाया, जो गृहस्थी के खेल में पै गए हमें इव मानू पता लग रहा भी वो खेलां क्या थी, वो जिहड़ी गेम है वो जिहड़ी खेल थी मारी, उस पर मैं इब समझ आया बड़ी होके, किसी की ताई बन गई, किसी की चाची बन गई, किसी की माँ बन गई, गृहस्थी के मां सिर डुब गई, वो मछली है जिहड़ी मैं गृहस्थी में सिर डुब गई, पिछे नूं याद करा अपने को बैठ के। ठीक है, ओ बातां है जी। हाँ सुनियो जरा, सुनाओ बहुत अच्छा। न्याणे खेल रहे हैं हरा समंदर गोपी चंदर बोल मेरी मछली किन्ना किन्ना पानी, वो कहा सिर पानी, सारे न्याणे रौला पा रहे हैं डुब गए, मेरे वर्गी दूर बैठी उन्हां न्याणिਆਂ ਨੂੰ खेलदी देख रही है, उत्थे ते वो गीत उपजिया मछलीए बचपन वालिए नी तेरे सिर हो गया पानी, लाडो गुड्डी गुगनी तो तू बन गई है नूरानी, बावल वाले बेड़े दी हुण रह गई पिछे कहानी, लाडो गुड्डी गुगनी तो तू बन गई है नूरानी, मार हुलारे पिपली पींगा उच्चियां चूटनियां, अंब लंगड़े दियां अंबियां झाड़ के रज रज चूपनियां, मार हुलारे पिपली पींगा उच्चियां चूटनियां, अंब लंगड़े दियां अंबियां झाड़ के रज रज चूपनियां, ताए जीत ने कहना की गा पाया कुड़ियां ने, तेरे बेड़े वालियां मौजां ओ बापू कदे ना जुड़ियां ने, तेरे बेड़े वालियां रौनकां मुड़के कदे ना जुड़ियां ने, किन्नियां रीजां है सन पिड़ विच बोली पाउण दियां, मस्ती विच भुल जांदियां गल्लां घर मुड़ आउण दियां, किन्नियां रीजां है सन पिड़ विच बोली पाउण दियां, मस्ती विच भुल जांदियां गल्लां घर मुड़ आउण दियां, वड्डी बेबे झिड़कदी नेरा करके मुड़ियां ने, तेरे बेड़े वालियां मौजां ओ बापू कदे ना जुड़ियां ने, छड्ड तरिंजणी चरखे आ बीही विच खड़दियां सी, जंज किसे दी वेखण लई झट कोठे चढ़दियां सी, छड्ड तरिंजणी चरखे आ बीही विच खड़दियां सी, जंज किसे दी वेखण लई झट कोठे चढ़दियां सी, वेख बराती कहंदे कुड़ियां खंड दियां पुड़ियां ने, तेरे वेड़े वालियां मौजां ओ बापू कदे ना जुड़ियां ने, चेते नहीं भुलदे रल मिल चूपे गन्नियां दे, अज उत्थे टावर ने उत्थे खेत ही नहीं गन्नियां दे जिथे असीं गन्ने चुपण जांदियां सी, चेते नहीं भुलदे रल मिल चूपे गन्नियां दे, अखां मूरे आउण नज़ारे खेतां बन्नियां दे, ओ घड़ियां बेफिक्री वालियां किधर रुड़ियां ने, तेरे बेड़े वालियां मौजां ओ बाबल कदे ना जुड़ियां ने, वतन तेरे दियां यादां जद भी चेते आउणगियां, अखियां बाबल बुक्कां भर भर नीर वहाउणगियां, वतन तेरे दियां यादां जद भी चेते आउणगियां, अखां मोहणिए बुक्कां भर भर नीर वहाउणगियां, रब सबबी फेरा पाउंदियां किस्मत थुड़ियां ने, तेरे वेड़े वालियां मौजां ओ बाबल कदे ना जुड़ियां ने, तेरे वेड़े वालियां रौनकां बापू कदे ना जुड़ियां ने। बहुत अच्छे हाँ जी, बड़ा ही खूबसूरत गीत तुसीं पेश कीता। तुसीं हुण साडे कोल समां कोई 3 मिनट दा बाकी है, तुसीं ये दसो भी हुण तुहाडे जिहड़े फ्यूचर प्लान्स है, तुसीं ਅੱਗੇ ਕੀ ਕੁਝ ਆਪਣੇ ਜਿਹੜਾ ਅੰਤਰਰਾਸ਼ਟਰੀ ਮੰਚ
ਪੁਆਧੀ ਮੰਚ ਬਣਾਇਆ, ਉਹਦੇ 'ਚ ਕੀ ਕੁਝ ਕਰਨ ਦੇ ਤੁਹਾਡੇ ਵਿਚਾਰ ਹੈ, ਔਰ ਦੂਸਰੇ ਜਿਹੜੇ ਮੰਚ ਹੈ ਹੋਰਨਾਂ ਸ਼ੇਡਸ ਦੇ ਪੰਜਾਬੀ ਦੇ, ਉਹਦੇ ਨਾਲ ਕਿਵੇਂ ਤੁਸੀਂ ਤਾਲਮੇਲ ਬਿਠਾਓਗੇ? ਅਤੇ ਫਿਲਮਾਂ ਦੇ ਵਿੱਚ ਵੀ ਤੁਹਾਡਾ ਜਿਹੜਾ ਆਉਣ ਵਾਲੀਆਂ ਕੋਈ ਫਿਲਮਾਂ, ਉਹਦੇ ਬਾਰੇ ਦੱਸੋ। 2 ਮਿੰਟ ਦੇ ਵਿੱਚ ਤੁਸੀਂ ਆਪਣੀ ਜਿਹੜੀ ਸਮਾਪਤੀ ਕਰਨੀ ਹੈ ਗੱਲਬਾਤ ਦੀ। ਹਾਂਜੀ ਹਾਂਜੀ, ਇੱਕ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਮੈਂ ਸੁਰਖੀ ਬਿੰਦੀ ਫਿਲਮ ਦੇ ਵਿੱਚ ਸਰਗੁਣ ਮਹਿਤਾ ਦੀ ਮਦਰ ਦਾ ਕਰੈਕਟਰ ਕੀਤਾ ਸੀਗਾ, ਤੇ ਉਹ ਫਿਲਮ ਨੂੰ ਸਾਡੀ ਨੂੰ PTC ਅਵਾਰਡ ਮਿਲਿਆ ਜੀ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਹਾਂਜੀ, ਤਾਂ ਇੱਕ ਅੱਜ ਕੱਲ੍ਹ ਫਿਲਮ ਸੁਫਨਾ ਚੱਲ ਰਹੀ ਹੈ, ਬਹੁਤ ਸੁਪਰ ਡੁਪਰ ਹਿੱਟ ਹੋਈ ਹੈ। ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 2, ਮਤਲਬ ਕਾਫੀਆਂ ਸੁਪਰ ਡੁਪ। ਮੇਰੀ ਕਿਸਮਤ ਚੰਗੀ ਹੈ ਵੀ ਮੈਂ ਬਹੁਤ ਸਾਲਾਂ ਬਾਅਦ ਵਾਪਸੀ ਕੀਤੀ ਯਾਰ, ਬੜੀ ਦਮਦਾਰ ਵਾਪਸੀ ਮੇਰੀ ਹੋਈ ਹੈ। ਤੇ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਆਫਟਰ ਲੋਕਡਾਊਨ ਮੇਰੀਆਂ ਹੋਰ ਫਿਲਮਾਂ ਵੱਡੇ ਬੈਨਰ ਦੀਆਂ ਦੇਖੋਗੇ। ਬਹੁਤ ਅੱਛਾ, ਬਹੁਤ ਅੱਛਾ। ਹਾਂਜੀ, 2 ਮਿੰਟ ਦੇ ਸਮੇਂ 'ਚ ਤੁਸੀਂ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਵੰਨਗੀ ਰਚਨਾ ਦੀ ਮਿਰਜ਼ੇ ਦੀ ਪੇਸ਼ ਕਰਦੇ ਹੋ ਤਾਂ ਬਹੁਤ ਵਧੀਆ ਲੱਗੂਗੀ। ਹਾਂਜੀ, ਮੈਂ ਕੱਲੀ ਸੁਣਾਉਣੀ ਹੈ ਮੈਂ ਤੁਹਾਨੂੰ। ਹਾਂ, ਕੱਲੀ ਸੁਣਾ ਦਿਓ। ਹੋ ਡੋਲੀ ਚੜਦੀ ਨੇ ਕਹਿੰਦੇ ਮਕਰ ਬਣਾ ਲਿਆ ਹੀਰ ਨੇ, ਕੱਲਾ ਕੱਲਾ ਮੋਤੀ ਜੱਟੀ ਨੇ ਖਿੰਡਾਇਆ, ਚਾਕ ਚੂਚਕਦਾ ਤੇ ਯਾਰ ਹੀਰ ਸਲੇਟੀ ਦਾ ਮੈਂ ਸਦਕੇ ਮੋਤੀ ਚੁਗਣ ਬਹਾਨੇ ਕੋਲ ਗੱਡੀ ਦੇ ਆਇਆ, ਉਹ ਮੋਤੀ ਚੁਗਣ ਬਹਾਨੇ ਕੋਲ ਗੱਡੀ ਦੇ ਆਇਆ। ਬਈ ਨਾਲੇ ਰੋਂਦਾ ਨਾਲੇ ਚੁਗਦਾ ਮੋਤੀ ਗਾਨੀ ਦੇ, ਬਈ ਨਾਲੇ ਰੋਂਦਾ ਨਾਲੇ ਚੁਗਦਾ ਮੋਤੀ ਗਾਨੀ ਦੇ। ਤਖਤ ਹਜ਼ਾਰੇ ਵਾਲੇ ਚੌਧਰੀਆਂ ਦਾ ਜਾਇਆ, ਅੱਜ ਦੇ ਵਿਛੜੇ ਨੀ ਜੱਟੀਏ ਮੂੰਹ ਵੇਖਣ ਨੂੰ ਤਰਸਾਂਗੇ, ਉਹ ਕਾ ਭਰ ਕੇ ਰਾਂਝਾ ਬੁੱਲੀਆਂ ਚੋਂ ਕੁਰਲਾਇਆ, ਹੌਕਾ ਭਰ ਕੇ ਰਾਂਝਾ ਬੁੱਲੀਆਂ ਚੋਂ ਕੁਰਲਾਇਆ। ਬਹੁਤ ਅੱਛਾ ਜੀ। ਖੜੀ ਬਦਲ ਗਈ ਤੂੰ ਸਿਆਲਾਂ ਦੀ ਏ ਛੋਕਰੀਏ, ਅੱਖਾਂ ਖੜੀ ਬਦਲ ਗਈ ਸੁਣ ਸਿਆਲਾਂ ਦੀ ਏ ਛੋਕਰੀਏ, ਉਹ ਸੋਹਾ ਖਾ ਕੇ ਮੁੱਕਰ ਗਈ ਖੇੜਾ ਖਸਮ ਬਣਾਇਆ, ਏਦੂ ਖੂਹ ਵਿੱਚ ਧੱਕਾ ਦੇ ਜਾਂਦੀ ਜੱਟ ਜਿਉਂਦੇ ਨੂੰ ਨੀ ਹੀਰੇ, ਹੁਣ ਨਾ ਵੇਲਿਆਂ ਦੇ ਵਿੱਚ ਜਾਵੇ ਵਕਤ ਲੰਘਾਇਆ। ਬਹੁਤ ਅੱਛੇ, ਹੁਣ ਨਾ ਵੇਲਿਆਂ ਦੇ ਵਿੱਚ ਜਾਵੇ ਵਕਤ ਲੰਘਾਇਆ। ਵਾਹ ਜੀ ਵਾਹ, ਹੋਗੀ ਬੇਵਸ ਮੇਰੀ ਪੇਸ਼ ਕੋਈ ਨਾ ਜਾਂਦੀ ਵੇ, ਮੈਂ ਹੋਗੀ ਬੇਵਸ ਮੇਰੀ ਪੇਸ਼ ਕੋਈ ਨਾ ਜਾਂਦੀ ਵੇ, ਉਹ ਧੱਕਾ ਦੇ ਕੇ ਮਾਪਿਆਂ ਡੋਲੀ ਦੇ ਵਿੱਚ ਪਾਇਆ, ਜੇ ਰੱਬ ਸੁਣਦਾ ਹੋਵੇ ਲੱਗ ਜਾਵੇ ਅੱਗ ਗੱਡੀ ਨੂੰ ਬਈ, ਜੇ ਰੱਬ ਸੁਣਦਾ ਹੋਵੇ ਲੱਗ ਜਾਵੇ ਅੱਗ ਗੱਡੀ ਨੂੰ, ਉਹ ਕਰਦਾ ਖੇੜਿਆਂ ਦੇਵੇ ਰਹਿ ਜੇ ਕਾਜ ਰਚਾਇਆ, ਕਰਦਾ ਖੇੜਿਆਂ ਦੇਵੇ ਰਹਿ ਜੇ ਕਾਜ ਰਚਾਇਆ। ਵਾਹ ਜੀ ਵਾਹ, ਬਹੁਤ ਅੱਛੇ ਮੋਹਣੇ ਜੀ, ਬਹੁਤ ਅੱਛੇ। ਅੱਛਾ, ਸਮੇਂ ਦੀ ਸਮਾਪਤੀ ਹੈ। 2-4 ਸ਼ਬਦ ਰੇਡੀਓ ਚੰਨ ਪ੍ਰਦੇਸੀ ਲਈ, ਤੇ ਫਿਰ ਆਪਾਂ ਸਰੋਤਿਆਂ ਤੋਂ ਆਗਿਆ ਲਵਾਂਗੇ। ਹਾਂਜੀ, ਕੁਝ ਸਕਿੰਟਾਂ ਲਈ। ਹਾਂਜੀ, ਰੇਡੀਓ ਚੰਨ ਪ੍ਰਦੇਸੀ ਲਈ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਸ ਤਰ੍ਹਾਂ ਦੇ ਤਰੱਦਦ ਜਿਹੜੇ ਜੋ ਖਤਮ ਹੋਣ ਕੰਢੇ ਜਿਹੜੀਆਂ ਭਾਸ਼ਾਵਾਂ ਨੇ, ਉਹਨਾਂ ਤੇ ਕੰਮ ਕਰਨ ਲਈ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ। ਤੇ ਸਾਡੇ ਵਰਗੇ ਜਿਹੜੇ ਵਰਕਰ ਲੋਕ ਨੇ, ਭਾਸ਼ਾ ਲਈ ਕੰਮ ਕਰ ਰਹੇ ਨੇ, ਉਹਨਾਂ ਲਈ ਤਾਂ ਮਤਲਬ ਤੁਸੀਂ ਇੱਕ ਅਹਿਸਾਨ ਦੇ ਤੌਰ ਤੇ ਕੰਮ ਕਰ ਰਹੇ ਹੋ ਕਿ ਅੱਜ ਪੰਜਾਬੀ ਮਾਂ ਬੋਲੀ ਦੀ ਤੁਸੀਂ ਸੇਵਾ ਕਰ ਰਹੇ ਹੋ, ਤੇ ਅਸੀਂ ਤੁਹਾਨੂੰ ਪਿਆਰ ਕਰਨ ਵਾਲੇ ਵੀ ਹਾਂ, ਤੁਹਾਡਾ ਸਤਿਕਾਰ ਕਰਨ ਵਾਲੇ ਵੀ ਹਾਂ, ਤੇ ਸਭ ਤੋਂ ਵੱਡੀ ਗੱਲ ਅਸੀਂ ਅਹਿਸਾਨਮੰਦ ਹਾਂ ਤੁਹਾਡੇ। ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛੇ। ਹਾਂਜੀ, ਤੁਹਾਡਾ ਵੀ ਬਹੁਤ ਧੰਨਵਾਦ। ਹਾਂਜੀ ਸਰੋਤਿਓ, ਅੱਜ ਇਹ ਪ੍ਰੋਗਰਾਮ ਦੀ ਸਮਾਪਤੀ ਇੱਥੇ ਹੈ, ਤੇ ਅਗਲੇ ਹਫ਼ਤੇ ਹੋਰ ਕੋਈ ਪ੍ਰੋਗਰਾਮ ਲੈ ਕੇ ਆਵਾਂਗੇ, ਹੋਰ ਮੁੱਦਾ ਲੈ ਕੇ ਆਵਾਂਗੇ। ਤਦ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ, ਸਤਿਕਾਰ, ਸਤਿ ਸ੍ਰੀ ਅਕਾਲ, ਅਤੇ ਤੁਸੀਂ ਸਾਰੇ ਖੁਸ਼ ਰਹੋ, ਆਬਾਦ ਰਹੋ ਜੀ।